Good morning, students. Today's our topic is structure of balance of payment. Last topic of the chapter. ठीक है, ਤੁਹਾਡੇ ਲੈਸਨ ਦੇ ਵਿੱਚ ਸਿਲੇਬਸ ਦੇ ਅਕੋਰਡਿੰਗ ਤੁਹਾਡਾ ਇੰਨਾ ਹੀ ਤੁਸੀਂ ਲੈਸਨ ਕਰਨਾ ਵਾ। ਠੀਕ ਹੈ, ਤੇ ਆਪਾਂ ਕੰਪੋਨੈਂਟਸ ਕਰ ਲਏ, ਮੀਨਿੰਗ ਆਫ ਬੈਲੈਂਸ ਆਫ ਪੇਮੈਂਟ ਕਰ ਲਿਆ। ਅੱਜ ਆਪਾਂ ਡੈਫੀਸਿਟ ਆਫ ਬੈਲੈਂਸ ਪੇਮੈਂਟ, ਉਹਦਾ ਮੀਨਿੰਗ ਹੀ ਹੈ ਤੁਹਾਨੂੰ ਪੇਪਰ ਦੇ ਵਿੱਚ ਜਿਹੜਾ ਆਉਣਾ ਵਾ, ਤੇ ਆਪਾਂ ਨਾਲ ਉਹਦੇ ਥੋੜੇ ਕੋਜ਼ ਵੀ ਕਰ ਲਾਂਗੇ। ਠੀਕ ਹੈ, ਇਹ ਤੁਹਾਨੂੰ ਮੈਂ ਦਿਖਾ ਰਹੀ ਜਿਹੜਾ ਆਪਾਂ ਬੈਲੈਂਸ ਆਫ ਪੇਮੈਂਟ ਕੀਤਾ ਸੀ ਉਹਦਾ ਸਟਰਕਚਰ ਦਿਖਾ ਰਹੀ ਜਿਹੜਾ ਆਪਾਂ ਕੀਤਾ ਸੀ ਨਾ, ਕੰਪੋਨੈਂਟ ਸਟਰਕਚਰਸ ਕਿਵੇਂ ਹੁੰਦਾ ਵਾ। ਦੇਖੋ ਇਹਦੇ ਵਿੱਚ ਪਹਿਲੇ ਦੇ ਵਿੱਚ ਕੀ ਆ ਗਿਆ, ਪਹਿਲੀ ਟਰਮਸ ਦੇ ਵਿੱਚ ਕੀ ਆ ਗਿਆ, ਇਧਰਲੇ ਪਾਸੇ ਡੈਬਿਟ ਆ ਗਿਆ, ਇਧਰਲੇ ਪਾਸੇ ਕੀ ਆ ਗਿਆ, ਕ੍ਰੈਡਿਟਸ ਆ ਗਿਆ। ਠੀਕ ਹੈ, ਇੰਪੋਰਟ ਤੇ ਐਕਸਪੋਰਟ ਹੋ ਗਏ, ਵਿਜ਼ੀਬਲ ਆਈਟਮਸ ਹੋ ਗਈਆਂ ਤੇ ਇਨਵਿਜ਼ੀਬਲ ਆਈਟਮਸ ਹੋ ਗਈਆਂ। ਠੀਕ ਹੈ, ਉਸ ਤੋਂ ਬਾਅਦ ਕਰੰਟ ਅਕਾਊਂਟ ਦੇ ਵਿੱਚ ਹੀ ਆਉਂਦਾ ਸੀ ਯੂਨੀਲੇਟਰਲ ਟ੍ਰਾਂਸਫਰ ਅਕਾਊਂਟਸ, ਜਿੰਦੇ ਅੰਡਰ ਕੀ ਆ ਗਿਆ, ਯੂਨੀਲੇਟਰ ਆਈਟਮਸ ਇੱਧਰ ਆ ਗਿਆ, ਡੈਬਿਟ ਵਾਲੇ ਪਾਸੇ ਆ ਗਿਆ, ਇੱਧਰ ਕੀ ਆ ਗਿਆ, ਕ੍ਰੈਡਿਟ ਵਾਲੇ ਪਾਸੇ ਆ ਗਿਆ। ਹੁਣ ਇਸ ਤੋਂ ਬਾਅਦ ਤੁਹਾਡਾ ਕਿਹੜਾ ਸ਼ੁਰੂ ਹੋ ਗਿਆ, ਕੈਪੀਟਲ ਅਕਾਊਂਟ। ਕੈਪੀਟਲ ਅਕਾਊਂਟ ਕਿਹਾ ਸੀ ਦੋ ਤਰ੍ਹਾਂ ਦੇ ਅਕਾਊਂਟ ਹੁੰਦੇ ਆ, ਕਰੰਟ ਅਕਾਊਂਟ, ਕੈਪੀਟਲ ਅਕਾਊਂਟ। ਇਹ ਜਿਹੜੇ ਦੋਵੇਂ ਟਰਮਸ ਨੇ ਇਹ ਕਿੰਦੇ ਅੰਡਰ ਆਉਂਦੇ ਨੇ, ਕਰੰਟ ਅਕਾਊਂਟ ਦੇ। ਹੁਣ ਕੈਪੀਟਲ ਅਕਾਊਂਟ, ਕੈਪੀਟਲ ਅਕਾਊਂਟ ਦੇ ਵਿੱਚ ਕੀ ਆ ਜਾਏਗਾ, ਲੌਂਗ ਟਰਮ ਕੈਪੀਟਲ ਅਕਾਊਂਟ ਹੋ ਜਾਏਗਾ, ਪ੍ਰਾਈਵੇਟ ਕੈਪੀਟਲ ਅਕਾਊਂਟ ਹੁੰਦੇ ਨੇ, ਇੱਕ ਆਫੀਸ਼ੀਅਲ ਕਰੰਟ ਅਕਾਊਂਟ ਹੁੰਦਾ। ਠੀਕ ਹੈ, ਸਟਰਕਚਰ ਇਸ ਤਰ੍ਹਾਂ ਦਾ ਬਣਦਾ ਹੈ। ਇਹ ਸਿਰਫ ਤੁਹਾਡੀ ਨੌਲੇਜ ਵਾਸਤੇ ਹੈ, ਤੇ ਤੁਸੀਂ ਇਹ ਨੋਟ ਵੀ ਪੜ੍ਹ ਲਿਓ, ਨੋਟ ਕਰਨਾ ਨੋਟ ਕਰ ਲਿਓ, ਤਾਂ ਤੁਹਾਡੀ ਬੁੱਕਸ ਜੋ ਨਿਊ ਆਉਣਗੀਆਂ ਉਹਨਾਂ ਦੇ ਵਿੱਚ ਟੌਪਿਕ ਹੋਏਗਾ। ਜੇ ਇਹ ਨਾ ਹੋਇਆ ਫਿਰ ਤੁਸੀਂ ਨੋਟ ਕਰ ਲਿਓ। ਠੀਕ ਹੈ, ਬੁੱਕਸ ਆ ਜਾਣ ਦਿਓ, ਜੇ ਤਾਂ ਬੁੱਕਸ ਦੇ ਵਿੱਚ ਟੌਪਿਕ ਹੋਇਆ ਫਿਰ ਤਾਂ ਠੀਕ ਹੈ, ਜੇ ਬੁੱਕਸ ਦੇ ਵਿੱਚ ਟੌਪਿਕਸ ਨਾ ਹੋਈ ਤਾਂ ਤੁਸੀਂ ਜਿਹੜੇ ਟੌਪਿਕਸ ਤੁਹਾਡੀ ਬੁੱਕਸ ਦੇ ਵਿੱਚ ਨਹੀਂ ਹੈਗੇ ਉਹ ਟੌਪਿਕ ਤੁਸੀਂ ਜ਼ਰੂਰ ਨੋਟ ਕਰ ਲਿਓ। ਠੀਕ ਹੈ, ਇਹ ਸੀ ਤੁਹਾਡਾ ਸਟਰਕਚਰ ਆਫ ਬੈਲੈਂਸ ਪੇਮੈਂਟ, ਇਸ ਤਰ੍ਹਾਂ ਬਣਦਾ ਵਾ। ਠੀਕ ਹੈ, ਉਸ ਤੋਂ ਬਾਅਦ ਆਪਾਂ ਜਿਹੜਾ ਟੌਪਿਕ ਕਰਨਾ ਸੀ ਉਹ ਸੀਗਾ ਡੈਫੀਸਿਟ ਇਨ ਪੇਮੈਂਟ। ਇਹਦੇ 'ਚ ਹੁੰਦਾ ਵਾ ਡਿਸਇਕੁਇਲਿਬ੍ਰੀਅਮ ਇਨ BOP। ਡਿਸਇਕੁਇਲਿਬ੍ਰੀਅਮ ਦਾ ਮਤਲਬ ਕੀ ਹੁੰਦਾ ਹੈ ਕਿ ਆਪਣਾ BOP ਅਸੰਤੁਲਨ ਹੈ, ਅਨਬੈਲੈਂਸਡ ਹੈ। ਅਨਬੈਲੈਂਸ ਦੇ ਵਿੱਚ ਇਹ ਕੀ ਹੈ, ਸਰਪਲਸ ਦਾ ਵੀ ਹੋ ਸਕਦਾ ਵਾ, ਇਹ ਕੀ ਹੈ, ਡੈਫੀਸ਼ੀਟ ਦੇ ਵਿੱਚ ਵੀ ਹੋ ਸਕਦਾ ਵਾ। ਠੀਕ ਹੈ, ਡਿਸਇਕੁਇਲਿਬ੍ਰੀਅਮ ਦੇ ਵਿੱਚ ਜਦੋਂ ਆਪਣੇ ਬਜਟ ਕੀ ਹੈ, ਆਪਣੇ ਜਦੋਂ ਰਿਸਿਪਟ ਪੇਮੈਂਟ ਤੋਂ ਜ਼ਿਆਦਾ ਹੋ ਜਾਣਗੇ ਤਾਂ ਆਪਾਂ ਕਹਾਂਗੇ ਡਿਸਇਕੁਇਲਿਬ੍ਰੀਅਮ ਤਾਂ ਹੈ ਲੇਕਿਨ ਪਲੱਸ ਦੇ ਵਿੱਚ ਹੈ। ਲੇਕਿਨ ਜਦੋਂ ਕੀ ਹੈ, ਆਪਣੇ ਕੀ ਹੈ, ਪੇਮੈਂਟਸ ਜ਼ਿਆਦਾ ਹੋ ਜਾਣਗੀਆਂ, ਰਿਸਿਪਟ ਘੱਟ ਹੋਣਗੀਆਂ ਤਾਂ ਆਪਾਂ ਕਹਾਂਗੇ ਡਿਸਇਕੁਇਲਿਬ੍ਰੀਅਮ ਹੈ, ਸੰਤੁਲਨ ਨਹੀਂ ਨਾ ਹੈਗਾ, ਆਪਸ 'ਚ ਇਕੁਅਲ ਨਹੀਂ ਹੈਗੇ, ਲੇਕਿਨ ਉਹ ਕਿਹੜਾ ਵਾ, ਮਾਈਨਸ ਦੇ ਵਿੱਚ ਹੈ। ਠੀਕ ਹੈ, ਆ ਦੇਖੋ ਲਿਖਿਆ ਹੋਇਆ ਵਾ, ਇਟ ਇਜ਼ ਅ ਸਟੇਟ ਆਫ ਆਈਦਰ ਡੈਫੀਸਿਟ ਬੈਲੈਂਸ ਆਫ ਪੇਮੈਂਟ ਸਟੇਟਸ ਔਰ ਸਰਪਲਸ BOP ਸਟੇਟਸ। ਦੋ ਤਰ੍ਹਾਂ ਦਾ ਹੁੰਦਾ ਵਾ, ਇੱਕ ਡੈਫੀਸਿਟ ਹੁੰਦਾ, ਇੱਕ ਕਿਹੜਾ ਹੁੰਦਾ ਵਾ, ਸਰਪਲਸ ਹੁੰਦਾ ਵਾ। ਠੀਕ ਹੈ, ਇੱਕ ਤੇ ਇਹਦੇ 'ਚ ਕੀ ਆ ਜਾਊਗਾ, ਵੈਨ ਦਾ ਨੈਟ ਬੈਲੈਂਸ ਆਫ ਆਲ ਰਿਸਿਪਟ ਐਂਡ ਪੇਮੈਂਟਸ ਇਜ਼ ਜ਼ੀਰੋ। ਜਦੋਂ ਤੱਕ ਜ਼ੀਰੋ ਹੋ ਜਾਏਗਾ ਤਾਂ ਆਪਾਂ ਕਹਾਂਗੇ ਇਕੁਇਲਿਬ੍ਰੀਅਮ ਹੈ। ਲੇਕਿਨ ਜਦੋਂ ਜ਼ੀਰੋ ਨਹੀਂ ਹੈਗੀਆਂ, ਵੀ ਰਿਸਿਪਟ ਜ਼ਿਆਦਾ ਨੇ ਚਾਹੇ ਆਪਣੇ ਪੇਮੈਂਟਸ ਜ਼ਿਆਦਾ ਨੇ ਤਾਂ ਡਿਸਇਕੁਇਲਿਬ੍ਰੀਅਮ ਹੈ। ਜੇ ਰਿਸਿਪਟ ਜ਼ਿਆਦਾ ਨੇ ਤਾਂ ਪਲੱਸ ਹੈ, ਜੇਕਰ ਪੇਮੈਂਟਸ ਜ਼ਿਆਦਾ ਨੇ ਤਾਂ ਕੀ ਹੈ, ਮਾਈਨਸ ਹੈ। ਕਲੀਅਰ ਹੋ ਗਿਆ। ਚਲੋ, ਇਹਦੇ ਕਾਰਨ ਕੀ ਨੇ, ਤਿੰਨ ਇਹਦੇ ਫੈਕਟਰਸ ਹੁੰਦੇ ਨੇ। ਪਹਿਲਾ ਫੈਕਟਰਸ ਇਹਦਾ ਕਿਹੜਾ ਵੈ, ਪਹਿਲਾ ਇਹਦਾ ਹੈਗਾ ਵੈ ਇਕਨੋਮਿਕ ਫੈਕਟਰ, ਦੂਸਰਾ ਇਹਦਾ ਹੈਗਾ ਪੋਲੀਟੀਕਲ ਫੈਕਟਰ, ਤੀਸਰਾ ਹੈਗਾ ਵੈ ਸੋਸ਼ਲ ਫੈਕਟਰ। ਇਕਨੋਮਿਕ ਫੈਕਟਰਸ ਦੇ ਵਿੱਚ ਕੀ ਆ ਜਾਊਗਾ, ਇਕਨੋਮਿਕ ਫੈਕਟਰ ਦੇ ਵਿੱਚ ਆ ਜਾਊਗਾ ਹੂ ਡਿਵੈਲਪਮੈਂਟ ਐਕਸਪੈਂਡੀਚਰ। ਜਦੋਂ ਗਵਰਨਮੈਂਟ ਦੇ ਦੁਆਰਾ ਆਪਣੀ ਇਕੋਨਮੀ ਦੀ ਡਿਵੈਲਪਮੈਂਟ ਵਾਸਤੇ ਬਹੁਤ ਜ਼ਿਆਦਾ ਮਾਤਰਾ ਦੇ ਵਿੱਚ ਜਦੋਂ ਖਰਚ ਕਰ ਦਿੱਤਾ ਜਾਂਦਾ ਵੈ ਤਾਂ ਉਦੋਂ ਆਪਣਾ ਜਿਹੜਾ ਬੈਲੈਂਸ ਆਫ ਪੇਮੈਂਟ ਹੈ ਉਹ ਡੈਫੀਸਿਟ ਹੋ ਜਾਂਦਾ। ਠੀਕ ਹੈ, ਗਵਰਨਮੈਂਟ ਦੇ ਖਰਚੇ ਜ਼ਿਆਦਾ ਹੋ ਗਏ ਨਾ, ਰਿਸਿਪਟਸ ਘੱਟ ਹੋਣਗੇ, ਗਵਰਨਮੈਂਟ ਨੇ ਬਹੁਤ ਜ਼ਿਆਦਾ ਖਰਚ ਕਰਤਾ ਇਕੋਨਮੀ ਦੀ ਡਿਵੈਲਪਮੈਂਟ ਵਾਸਤੇ, ਕਿਉਂਕਿ ਪ੍ਰਾਈਵੇਟ ਸੈਕਟਰਸ ਵਾਲੇ ਖਰਚ ਨਹੀਂ ਕਰ ਰਹੇ ਤਾਂ ਗਵਰਨਮੈਂਟ ਨੂੰ ਖਰਚ ਕਰਨਾ ਪਊਗਾ ਨਾ ਇਕੋਨਮੀ ਦੀ ਡਿਵੈਲਪਮੈਂਟ ਵਾਸਤੇ, ਤਾਂ ਬੈਲੈਂਸ ਆਫ ਪੇਮੈਂਟ ਕੀ ਹੋ ਜਾਂਦਾ ਵਾ, ਡਿਸਇਕੁਇਲਿਬ੍ਰੀਅਮ ਦਾ ਹੋ ਜਾਂਦਾ। ਠੀਕ ਹੈ, ਬਿਜ਼ਨਸ ਸਾਈਕਲਸ ਦਾ ਮਤਲਬ ਬਿਜ਼ਨਸ ਦੇ ਵਿੱਚ ਕੀ ਆਣਾ, ਉਤਾਰ ਚੜ੍ਹਾਅ ਆਣੇ। ਤੇ ਇਨ ਟਰਮ ਆਫ ਰਿਸੈਸ਼ਨ ਆ ਗਈ, ਡਿਪਰੈਸ਼ਨਸ ਆ ਗਿਆ, ਰਿਕਵਰੀ ਆ ਗਈ, ਬੂਮ ਆ ਗਿਆ। ਕੋਈ ਵੀ ਸਟੇਜ ਆ ਜਾਏ ਆਪਣੀ ਇਕੋਨਮੀ ਦੇ ਲਈ ਸਹੀ ਨਹੀਂ ਹੈ। ਠੀਕ ਹੈ, ਜਦੋਂ ਕੋਈ ਵੀ ਸਟੇਜ ਹੈ ਆਪਣੀ ਇਕੋਨਮੀ ਦੇ ਲਈ ਸਹੀ ਨਹੀਂ ਹੈ, ਮੰਦੀ ਵੀ ਆਪਣੇ ਲਈ ਸਹੀ ਨਹੀਂ ਹੈ, ਤੇਜ਼ੀ ਵੀ ਸਹੀ ਨਹੀਂ ਹੈ, ਤਾਂ ਉਦੋਂ ਵੀ ਆਪਣਾ ਕੀ ਹੋ ਜਾਂਦਾ ਵੈ, ਜਿਹੜਾ ਡਿਸਇਕੁਇਲਿਬ੍ਰੀਅਮ ਕੀ ਹੈ, ਮਾਈਨਸ ਦੇ ਵਿੱਚ ਹੋ ਜਾਂਦਾ ਵੈ। ਤੇ ਜੇਕਰ ਆਪਣੀ ਕੀ ਕਹਿ ਰਹੇ ਨੇ, ਆਪਣੀ ਇਕੋਨਮੀ ਦੇ ਵਿੱਚ ਬੂਮ ਆ ਗਈ, ਤੇਜ਼ੀ ਆ ਜਾਂਦੀ ਹੈ, ਜਦੋਂ ਤੇਜ਼ੀ ਆਉਣ ਦੇ ਨਾਲ ਕੀ ਹੋਏਗਾ ਕਿ ਆਪਣੇ ਐਕਸਪੋਰਟ ਵੱਧ ਜਾਣਗੇ। ਜੇਕਰ ਆਪਣੇ ਐਕਸਪੋਰਟ ਵੱਧ ਜਾਂਦੇ ਨੇ ਤਾਂ ਆਪਣਾ ਡਿਸਇਕੁਇਲਿਬ੍ਰੀਅਮ ਕਿਹੜਾ ਹੋ ਜਾਏਗਾ, ਪਲੱਸ ਦੇ ਵਿੱਚ ਹੋ ਜਾਏਗਾ। ਲੇਕਿਨ ਜਦੋਂ ਰਿਕਵਰੀ ਮਤਲਬ ਕਿ ਡਿਪਰੈਸ਼ਨ ਆ ਜਾਂਦਾ, ਜਦੋਂ ਮੰਦੀ ਆ ਜਾਂਦੀ ਹੈ, ਆਪਣੇ ਐਕਸਪੋਰਟ ਘੱਟ ਜਾਂਦੇ ਨੇ, ਆਪਣੇ ਇੰਪੋਰਟ ਵੱਧ ਜਾਣਗੇ, ਮੰਦੀ ਆ ਗਈ, ਆਪਣੇ ਦੇਸ਼ 'ਚ ਪ੍ਰੋਡਕਸ਼ਨ ਨਹੀਂ ਹੋ ਰਹੀ ਤਾਂ ਆਪਾਂ ਇੰਪੋਰਟ ਜ਼ਿਆਦਾ ਕਰਾਂਗੇ, ਇੰਪੋਰਟ ਜ਼ਿਆਦਾ ਕਰਾਂਗੇ, ਪੇਮੈਂਟ ਜ਼ਿਆਦਾ ਕਰਾਂਗੇ ਤਾਂ ਡਿਸਇਕੁਇਲਿਬ੍ਰੀਅਮ ਕ੍ਰੀਏਟ ਹੋਏਗਾ, ਲੇਕਿਨ ਉਹ ਮਾਈਨਸ ਵਿੱਚ ਹੋਏਗਾ। ਹਾਈ ਰੇਟ ਆਫ ਇਨਫਲੇਸ਼ਨ, ਹਾਈ ਰੇਟ ਆਫ ਇਨਫਲੇਸ਼ਨ ਦੇ ਵਿੱਚ ਕੀ ਆ ਜਾਏਗਾ ਕਿ ਆਪਣੇ ਦੇਸ਼ ਦੇ ਵਿੱਚ ਕੀ ਹੈ, ਕੀਮਤਾਂ ਬਹੁਤ ਜ਼ਿਆਦਾ ਵੱਧ ਗਈਆਂ। ਜਦੋਂ ਆਪਣੇ ਦੇਸ਼ ਦੇ ਪ੍ਰਾਈਸ ਬਹੁਤ ਜ਼ਿਆਦਾ ਵੱਧ ਜਾਂਦੀਆਂ ਨੇ ਤਾਂ ਉਦੋਂ ਕੀ ਹੁੰਦਾ, ਤਾਂ ਆਪਣੇ ਲਈ ਇੰਪੋਰਟ ਗੁੱਡਸ ਸਸਤੀਆਂ ਹੋ ਜਾਣਗੀਆਂ, ਕਿਉਂਕਿ ਆਪਣੇ ਦੇਸ਼ ਦੀਆਂ ਚੀਜ਼ਾਂ ਜਦੋਂ ਮਹਿੰਗੀਆਂ ਹੋ ਜਾਂਦੀਆਂ ਨੇ ਤਾਂ ਆਪ ਨੂੰ ਫੋਰਨਰ ਗੁੱਡਸ ਸਸਤੀਆਂ ਪੈਣੇ ਸ਼ੁਰੂ ਹੋ ਜਾਣਗੀਆਂ। ਅਤੇ ਫੋਰਨਰ ਗੁੱਡਸ ਜੇ ਸਸਤੀਆਂ ਹੋਣਗੀਆਂ ਤਾਂ ਆਪਾਂ ਉਹਨਾਂ ਦੀ ਡਿਮਾਂਡ ਵਧਾ ਦਾਂਗੇ, ਉਹਨਾਂ ਦੀ ਡਿਮਾਂਡ ਵਧਾ ਦਾਂਗੇ ਤਾਂ ਆਪਣੇ ਪੇਮੈਂਟਸ ਜ਼ਿਆਦਾ ਕਰਨੀਆਂ ਪੈਣਗੀਆਂ, ਆਪਣੇ ਦੇਸ਼ ਦੇ ਗੁੱਡਸ ਦੀ ਡਿਮਾਂਡ ਘੱਟ ਜੂਗੀ ਤਾਂ ਜਿਹੜਾ ਆਪਣਾ ਬੈਲੈਂਸ ਆਫ ਪੇਮੈਂਟ ਆ ਉਹ ਡਿਸਇਕੁਇਲਿਬ੍ਰੀਅਮ ਹੋ ਜਾਏਗਾ, ਮਾਈਨਸ ਦੇ ਵਿੱਚ। ਠੀਕ ਹੈ, ਡੈਫੀਸਿਟ ਡਿਸਇਕੁਇਲਿਬ੍ਰੀਅਮ ਹੋ ਜਾਏਗਾ। ਡਿਵੈਲਪਮੈਂਟ ਆਫ ਇੰਪੋਰਟ ਸਬਸਟੀਟਿਊਟਸ, ਇਹਦੇ ਲਈ ਕੀ ਹੈ, ਜੇਕਰ ਕਹਿੰਦੇ ਆਪਾਂ ਇੰਪੋਰਟ ਸਬਸਟੀਟਿਊਟਸ ਕਰ ਰਹੇ ਹਾਂ, ਯਾਨੀ ਕਿ ਜਿਹੜੀਆਂ ਚੀਜ਼ਾਂ ਅਸੀਂ ਵਿਦੇਸ਼ਾਂ ਤੋਂ ਮੰਗਵਾ ਰਹੇ ਹਾਂ ਉਹ ਦੇਸ਼ਾਂ 'ਚ ਅਸੀਂ ਵਿਦੇਸ਼ਾਂ ਦੇ ਵਿੱਚੋਂ ਨਾ ਮੰਗਵਾ ਕੇ ਆਪਣੇ ਹੀ ਦੇਸ਼ ਦੇ ਵਿੱਚ ਉਹਨਾਂ ਨਾਲ ਮਿਲਦੇ ਜੁਲਦੇ ਚੀਜ਼ਾਂ ਬਣਾ ਰਹੇ ਹਾਂ ਤਾਂ ਇਹਦੇ ਨਾਲ ਆਪਣਾ ਡਿਸਇਕੁਇਲਿਬ੍ਰੀਅਮ ਕਾਹਦਾ ਹੋ ਜਾਏਗਾ, ਸਰਪਲਸ ਦਾ ਹੋ ਜਾਏਗਾ। ਕਿਉਂਕਿ ਹੁਣ ਆਪਣੇ ਦੇਸ਼ ਦੇ ਵਿੱਚ ਹੀ ਚੀਜ਼ਾਂ ਬਣਨੇ ਸ਼ੁਰੂ ਹੋ ਗਈਆਂ, ਇੰਪੋਰਟ ਘੱਟ ਜਾਣਗੇ, ਆਪਣੇ ਐਕਸਪੋਰਟ ਵੱਧ ਜਾਣਗੇ। ਜਾਂ ਆਪਾਂ ਇੰਪੋਰਟ ਗੁੱਡਸ ਦੀ ਡਿਮਾਂਡ ਨੂੰ ਕੀ ਹੈ, ਘਟਾ ਦਾਂਗੇ ਤਾਂ ਆਪਣਾ ਕੀ ਹੋ ਜਾਏਗਾ ਕਿ ਆਪਣੇ ਦੇਸ਼ ਦੇ ਵਿੱਚ ਬੈਲੈਂਸ ਆਫ ਪੇਮੈਂਟ ਡਿਸਇਕੁਇਲਿਬ੍ਰੀਅਮ ਕੀ ਹੋ ਜਾਏਗਾ, ਆਪਣਾ ਸਰਪਲਸ ਦਾ ਹੋ ਜਾਏਗਾ। ਠੀਕ ਹੈ, ਅੱਗੇ ਆ ਜਾਏਗਾ
ਚੇਂਜ ਇਨ ਦਾ ਕੋਸਟ ਸਟਰਕਚਰ ਆਫ ਟ੍ਰੇਡਿੰਗ ਪੈਟਰਨ, ਜਿਹਦੇ ਵਿੱਚ ਅੰਦਰ ਕੀ ਆ ਜਾਏਗਾ, ਜਦੋਂ ਆਪਾਂ ਵੀ ਟੈਕਨੋਲੋਜੀ ਚੇਂਜ ਕਰ ਦਿੰਦੇ ਹਾਂ ਜਾਂ ਆਪਾਂ ਕੋਈ ਨਿਊ ਇਨਵੈਂਸ਼ਨ ਕਰ ਲੈਂਦੇ ਹਾਂ ਤਾਂ ਉਹਦੇ ਨਾਲ ਕੀ ਹੋਏਗਾ, ਆਪਣੇ ਐਕਸਪੋਰਟ ਵਧਣਗੇ ਤਾਂ ਆਪਣਾ DOP BOP ਕੀ ਹੋ ਜਾਏਗਾ, ਸਰਪਲਸ ਦਾ ਹੋ ਜਾਏਗਾ। ਇਹ ਤਾਂ ਸਾਡੀ ਨੌਲੇਜ ਦੀ ਗੱਲਾਂ ਨੇ, ਮਤਲਬ ਕਿ ਤੁਸੀਂ ਖੁਦ ਵੀ ਆਪਣੇ ਆਪ ਵੀ ਬਣਾ ਸਕਦੇ ਹੋ ਕਿ ਬੈਲੈਂਸ ਆਫ ਪੇਮੈਂਟ ਦੇ ਵਿੱਚ ਕੀ ਹੋਏਗਾ। ਹੁਣ ਦੂਸਰਾ ਆ ਗਿਆ ਪੋਲੀਟੀਕਲ ਫੈਕਟਰ ਦੇ ਵਿੱਚ ਕੀ ਆ ਜਾਏਗਾ, ਪੋਲੀਟੀਕਲ ਇਨਸਟੈਬਿਲਿਟੀ। ਆਪਣੇ ਦੇਸ਼ ਦੇ ਵਿੱਚ ਕੀ ਹੈ, ਪੋਲੀਟੀਕਲ ਇਨਸਟੈਬਿਲਿਟੀ ਪਾਈ ਜਾਂਦੀ ਹੈ, ਠੀਕ ਹੈ, ਜਿੰਦੇ ਨਾਲ ਵੀ ਬੈਲੈਂਸ ਆਫ ਪੇਮੈਂਟ ਕੀ ਹੈ, ਡਿਸਇਕੁਇਬਰਮ ਦਾ ਹੋ ਜਾਂਦਾ ਵੈ। ਆਉਇੰਗ ਆਫ ਜੇ ਇਨਫਲੋ ਆਫ ਡਾਇਰੈਕਟ ਫੋਰਨ ਇਨਵੈਸਟਮੈਂਟ, ਇਨਫਲੋ ਮਤਲਬ ਜੇ ਤਾਂ ਆਪ ਨੂੰ ਫੋਰਨ ਇਨਵੈਸਟਮੈਂਟ ਆਪਣੇ ਦੇਸ਼ ਦੇ ਵਿੱਚ ਹੋ ਰਹੀ ਹੈ, ਪੋਰਟਫੋਲੀਓ ਇਨਵੈਸਟਮੈਂਟ ਆਪਣੇ ਦੇਸ਼ ਦੇ ਵਿੱਚ ਹੋ ਰਹੀ ਹੈ, ਤਾਂ ਇਹਦੇ ਨਾਲ ਕੀ ਹੋਏਗੀ, ਆਪਣੇ ਦੇਸ਼ ਦੇ ਵਿੱਚ ਪੈਸਾ ਆਏਗਾ। ਇਸ ਤੋਂ ਉਲਟ ਕੀ ਆਪਣਾ ਬੈਲੈਂਸ ਆਫ ਪੇਮੈਂਟ ਆਪਣੇ ਫੇਵਰ ਦੇ ਹੋ ਜਾਏਗਾ। ਲੇਕਿਨ ਜੇਕਰ ਫੋਰਨਰ ਆਪਣੇ ਦੇਸ਼ ਦੇ ਵਿੱਚ ਪੈਸਾ ਇਨਵੈਸਟ ਘੱਟ ਕਰਨਗੇ, ਆਪਣੇ ਦੇਸ਼ ਦੇ ਵਿੱਚ ਪੈਸਾ ਨਹੀਂ ਕਰਨਗੇ, ਪੋਰਟਫੋਲੀਓ ਇਨਵੈਸਟਮੈਂਟ ਨਹੀਂ ਕਰਨਗੇ, ਤਾਂ ਆਪਣਾ ਬੈਲੈਂਸ ਆਫ ਪੇਮੈਂਟ ਕੀ ਹੋ ਜਾਏਗਾ, ਡੈਫੀਸਿਟ ਦੇ ਵਿੱਚ ਹੋ ਜਾਏਗਾ। ਪਾਪੂਲਿਜ਼ਮ ਪੋਲਿਸੀ, ਕਈ ਵਾਰ ਕੀ ਹੁੰਦਾ ਕਿ ਜਿਹੜੇ ਪੋਲਿਸੀਜ਼ ਬਣਿਆ ਹੁੰਦੇ ਨੇ ਉਹਨੂੰ ਪਾਪੂਲਰ ਕਰਨ ਦੇ ਲਈ ਵੀ ਕੀ ਹੈ ਕਿ ਆਪਾਂ ਕੀ ਹੈ ਇੰਪੋਰਟਸ ਕੀ ਆਪਣੇ ਕੀ ਇਲੈਕਸ਼ਨਸ ਦੇ ਦਿਨਾਂ ਦੇ ਵਿੱਚ ਕੀ ਹੁੰਦਾ ਵੈ ਕਿ ਜਿਹੜੀ ਵੀ ਸਰਕਾਰ ਆਉਂਦੀ ਹੈ ਉਹ ਜਾਣ ਕੇ ਆਪਣੀ ਨਵੀਂ ਪੋਲਿਸੀ ਲਿਆਉਂਦੀ ਹੈ, ਤੇ ਉਹ ਆਪਦੀ ਪੋਲਿਸੀਜ਼ ਨੂੰ ਪਾਪੂਲਰ ਕਰਨ ਦੇ ਲਈ ਵਿਦੇਸ਼ਾਂ ਦੇ ਵਿੱਚ ਜਾਂ ਕਿ ਆਪਣੇ ਦੇਸ਼ ਦੇ ਵਿੱਚ ਕਰਨ ਲਈ ਜ਼ਿਆਦਾ ਖਰਚ ਕਰ ਦਿੰਦੀ ਹੈ, ਜਿਹਦੇ ਨਾਲ ਵੀ ਆਪਣੇ ਜਿਹੜੇ ਬੈਲੈਂਸ ਆਫ ਪੇਮੈਂਟ ਹੈ ਡਿਸਇਕੁਇਬਰਮ ਹੋ ਜਾਂਦਾ ਹੈ, ਠੀਕ ਹੈ। ਤੀਸਰਾ ਕੀ ਆ ਗਿਆ, ਸੋਸ਼ਲ ਫੈਕਟਰ। ਇਹ ਈਜ਼ੀ ਹੈ, ਚੇਂਜ ਇਨ ਟੇਸਟ ਐਂਡ ਪ੍ਰੈਫਰੈਂਸ। ਆਪਣਾ ਟੇਸਟ ਐਂਡ ਪ੍ਰੈਫਰੈਂਸ ਚੇਂਜ ਹੋ ਗਿਆ। ਹੁਣ ਲੋਕੀ ਕੀ ਨੇ, ਆਪਣੇ ਦੇਸ਼ ਦੀਆਂ ਚੀਜ਼ਾਂ ਨਹੀਂ ਪਸੰਦ ਕਰ ਰਹੇ, ਉਹਨਾਂ ਨੂੰ ਫੋਰਨਰ ਗੁੱਡਸ ਜ਼ਿਆਦਾ ਅਟਰੈਕਟ ਕਰ ਰਹੀਆਂ ਨੇ, ਜਿਵੇਂ ਆਪਾਂ ਚਾਈਨਾ ਮੇਡ ਗੁੱਡਸ ਜ਼ਿਆਦਾ ਯੂਜ਼ ਕਰ ਰਹੇ ਹਾਂ, ਆਪਣੇ ਦੇਸ਼ ਦੇ ਗੁੱਡਸ ਨਹੀਂ ਯੂਜ਼ ਕਰ ਰਹੇ, ਤਾਂ ਇਹਦੇ ਨਾਲ ਬੈਲੈਂਸ ਆਫ ਪੇਮੈਂਟ ਕੀ ਹੋ ਜਾਏਗਾ, ਮਾਈਨਸ ਦੇ ਵਿੱਚ ਹੋ ਜਾਏਗਾ, ਠੀਕ ਹੈ। ਪ੍ਰੀ ਜਸਟਿਸ ਅਮੰਗ ਡਿਫਰੈਂਟ ਕੰਟਰੀਜ਼, ਕੀ ਹੈ ਪ੍ਰੀ ਜਸਟਿਸ, ਆਪਾਂ ਕੀ ਹੈ ਦੂਜੇ ਦੇਸ਼ਾਂ ਦੇ ਨਾਲ ਆਪਾਂ ਆਪਣੇ ਬੁੱਕਸ ਨੂੰ ਜਿਹੜਾ ਹੈਗੇ ਰੇਟਸ ਨੂੰ ਕੰਪੇਅਰ ਕਰ ਰਹੇ ਹਾਂ। ਜਿਵੇਂ ਆਪਾਂ ਨੇ ਐਗਜ਼ਾਮਪਲ ਲਿੱਤੀ ਹੋਈ, ਇਹਨਾਂ ਨੇ ਇੰਡੀਅਨ ਐਂਡ ਪਾਕਿਸਤਾਨ ਹੋ ਗਿਆ, ਠੀਕ ਹੈ। ਉਹ ਕੀ ਕਰ ਰਹੇ ਨੇ, ਕੰਪੈਲ ਕਰਦੇ ਨੇ ਆਪਣੀਆਂ ਚੀਜ਼ਾਂ ਨੂੰ ਟੂ ਬਾਈ ਐਕਸਪੈਂਸਿਵ ਇੰਪੋਰਟ ਐਂਡ ਸੈਲ ਐਕਸਪੋਰਟ ਐਟ ਲੈਕਸ ਪ੍ਰਾਈਸਿਸ 'ਤੇ। ਉਹ ਕੀ ਕਰਦੇ ਨੇ ਕਿ ਦੇਸ਼ਾਂ ਵਾਲੀ ਚੀਜ਼ਾਂ ਤਾਂ ਉਹਨਾਂ ਨੂੰ ਅਟਰੈਕਟ ਕਰਦੀਆਂ ਨੇ, ਚਾਹੇ ਉਹ ਮਹਿੰਗੀਆਂ ਹੀ ਹੋਣ, ਅਤੇ ਆਪਣੇ ਦੇਸ਼ ਦੀਆਂ ਚੀਜ਼ਾਂ ਚਾਹੇ ਸਸਤੇ ਹੀ ਨੇ, ਉਹਨਾਂ ਨੂੰ ਵਧੀਆ ਨਹੀਂ ਲੱਗਦੀਆਂ, ਤਾਂ ਵੀ ਉਹ ਕੀ ਹੈ ਕੀਮਤਾਂ ਵੱਧ ਹੋਣ ਦੇ ਕਾਰਨ ਵੀ ਵਿਦੇਸ਼ਾਂ ਦੀਆਂ ਚੀਜ਼ਾਂ ਦੀ ਜ਼ਿਆਦਾ ਡਿਮਾਂਡ ਕਰ ਰਹੇ ਨੇ, ਜਿਹਦੇ ਕਰਕੇ ਆਪਣਾ ਬੈਲੈਂਸ ਆਫ ਪੇਮੈਂਟ ਕੀ ਹੋ ਜਾਂਦਾ ਵੈ, ਡਿਸਇਕੁਇਬਰਮ ਹੋ ਜਾਂਦਾ ਵੈ, ਮਾਈਨਸ ਦੇ ਵਿੱਚ। ਬਸ ਇਹੀ ਕਾਰਨ ਨੇ ਜਿਹੜੇ ਕਿ ਆਪਣੇ ਬੈਲੈਂਸ ਆਫ ਪੇਮੈਂਟ ਨੂੰ ਡੈਫੀਸਿਟ 'ਚ ਕਰਦੇ ਨੇ। ਤੁਹਾਨੂੰ ਸਿਰਫ ਟੌਪਿਕ ਇੰਨਾ ਹੀ ਹੈ, ਠੀਕ ਹੈ। ਇਹਨੂੰ ਕੀ ਹੈ ਕਰੈਕਟ ਕਰਨ ਦਾ ਜਿਹੜਾ ਹੈਗਾ ਸੀ ਟੌਪਿਕ, ਇਹ ਤੁਹਾਡੇ ਸਿਲੇਬਸ ਦੇ ਵਿੱਚ ਨਹੀਂ ਹੈਗਾ, ਲਾਸਟ ਈਅਰ ਸੀਗਾ। ਜਿਹੜਾ ਟੌਪਿਕ ਤੁਹਾਡੀ ਬੁੱਕਸ ਦੇ ਵਿੱਚ ਹੈ ਮੈਂ ਤੁਹਾਨੂੰ ਉਹੀ ਕਰਵਾ ਰਹੀ ਹਾਂ, ਠੀਕ ਹੈ। ਇਹ ਸੀਗਾ ਡੈਫੀਸਿਟ ਆਫ ਬੈਲੈਂਸ ਆਫ ਪੇਮੈਂਟ ਦੇ ਡੈਫੀਸਿਟ ਹੋਣ ਦੇ ਕਾਰਨ ਕੀ ਨੇ, 3 ਫੈਕਟਰਸ ਨੇ, ਈਜ਼ੀ ਹੈ, ਇਕਨੋਮਿਕ ਫੈਕਟਰ, ਸੋਸ਼ਲ ਫੈਕਟਰ ਤੇ ਪੋਲੀਟੀਕਲ ਫੈਕਟਰ। ਸੋਸ਼ਲ ਦੇ ਵਿੱਚ ਕੀ ਆ ਜਾਏਗਾ, ਟੇਸਟ ਐਂਡ ਪ੍ਰੈਫਰੈਂਸ ਆ ਜਾਏਗਾ, ਪ੍ਰੀ ਜਸਟਿਸ ਅਮੰਗ ਡਿਫਰੈਂਟ ਕੰਟਰੀ। ਇਸ ਤੋਂ ਇਲਾਵਾ ਜੇ ਤੁਹਾਡੇ ਮਾਈਂਡ ਦੇ ਵਿੱਚ ਕੋਈ ਹੋਰ ਪੁਆਇੰਟ ਆ ਰਿਹਾ ਤਾਂ ਤੁਸੀਂ ਇਹਦੇ ਵਿੱਚ ਇੰਕਲੂਡ ਕਰ ਸਕਦੇ ਹੋ, ਕਿਉਂਕਿ ਇੰਨੀ ਕੁ ਤੁਹਾਨੂੰ ਨੌਲੇਜ ਹੋਣ ਲੱਗ ਗਈ ਹੋਏਗੀ ਕਿ ਆਪਾਂ ਦੱਸਣਾ ਹੈ ਕਿ ਆਪਣਾ ਦੇਸ਼ ਦਾ ਬੈਲੈਂਸ ਆਫ ਪੇਮੈਂਟ ਡਿਸਇਕੁਇਬਰਮ ਕਦੋਂ ਹੋ ਸਕਦਾ ਹੈ, ਜਾਂ ਆਪਣੇ ਇੰਪੋਰਟ ਕਦੋਂ ਵੱਧ ਸਕਦੇ ਨੇ, ਐਕਸਪੋਰਟ ਕਦੋਂ ਘਟਦੇ ਨੇ, ਜਾਂ ਆਪਣੇ ਐਕਸਪੋਰਟ ਕਦੋਂ ਵੱਧਦੇ ਨੇ, ਇੰਪੋਰਟ ਕਦੋਂ ਘਟਦੇ ਨੇ। ਹੁਣ ਆਪਣੇ ਐਕਸਪੋਰਟ ਕਦੋਂ ਵਧਣੇ ਸ਼ੁਰੂ ਹੋ ਜਾਣਗੇ, ਜੇਕਰ ਆਪਾਂ ਇੰਪੋਰਟ ਸਬਸਟੀਟਿਊਟ ਕਰਾਂਗੇ ਜਾਂ ਆਪਾਂ ਆਪਣੇ ਐਕਸਪੋਰਟ ਨੂੰ ਕਰਾਂਗੇ, ਉਹਨਾਂ ਦੀ ਪ੍ਰਮੋਸ਼ਨ ਕਰਾਂਗੇ, ਤਾਂ ਵੀ ਆਪਣਾ ਡਿਸਇਕੁਇਬਰਮ ਕੀ ਹੈ, ਪਲੱਸ ਦੇ ਵਿੱਚ ਹੋ ਜਾਏਗਾ। ਜੇਕਰ ਆਪਾਂ ਇੰਪੋਰਟ ਸਬਸਟੀਟਿਊਟਸ ਕਰ ਰਹੇ ਵਿਦੇਸ਼ਾਂ ਤੋਂ ਚੀਜ਼ਾਂ ਨਾ ਮੰਗਵਾ ਕੇ ਉਹਨਾਂ ਨਾਲ ਮਿਲਦੇ ਜੁਲਦੇ ਚੀਜ਼ਾਂ 'ਚ ਸੇਮ ਨਾ ਬਣਾਈਏ, ਲੇਕਿਨ ਉਹਨਾਂ ਨਾਲ ਮਿਲਦੀ ਜੁਲਦੀ ਚੀਜ਼ ਆਪਣੇ ਹੀ ਦੇਸ਼ ਦੇ ਵਿੱਚ ਬਣਾ ਰਹੀ ਹੋਈਏ, ਠੀਕ ਹੈ। ਇਹ ਸੀ ਤੁਹਾਡੇ BOP ਖਤਮ ਹੋ ਗਿਆ। ਹੁਣ ਤੁਹਾਡੇ ਕੀ ਹੈ ਜਿੰਨੇ ਚੈਪਟਰ ਹੋ ਗਏ, ਤੁਹਾਡਾ ਐਸੇ ਪਾਰਟ ਦਾ ਇੱਕ ਲੈਸਨ ਰਹਿ ਗਿਆ ਫੋਰਨ ਐਕਸਚੇਂਜ ਰੇਟ, ਉਹ ਆਪਾਂ ਹੁਣ ਨਹੀਂ ਕਰਾਂਗੇ ਕਿਉਂਕਿ ਉਹ ਇਸ ਤਰ੍ਹਾਂ ਬਣਾ ਕਰਵਾਉਣ ਵਾਲਾ ਨਹੀਂ ਹੈਗਾ। ਉਹ ਜਦੋਂ ਆਪਣੇ ਰੈਗੂਲਰ ਕਲਾਸਿਸ ਲੱਗਣਗੇ ਮੈਂ ਤੁਹਾਨੂੰ ਉਦੋਂ ਹੀ ਕਰਵਾਉਂਗੀ, ਅਤੇ ਜਿਹੜਾ ਆਪਾਂ ਨੈਸ਼ਨਲ ਇਨਕਮ ਕਰਨਾ ਹੈ ਉਹ ਵੀ ਆਪਾਂ ਉਦੋਂ ਹੀ ਕਰਾਂਗੇ। ਹੁਣ ਆਪਾਂ ਇਸੇ ਹੀ ਆਪਣੀ ਇਕਨੋਮੀਜ਼ ਦਾ B ਪਾਰਟ ਸ਼ੁਰੂ ਕਰਾਂਗੇ, ਜੋ ਕਿ ਸਾਰੀ ਥਿਊਰੀ ਹੈ ਇੰਡੀਅਨ ਇਕੋਨਮੀ, ਉਹ ਬਹੁਤ ਈਜ਼ੀ ਹੈ। ਅਤੇ ਕੱਲ੍ਹ ਆਪਾਂ ਅਨਇੰਪਲੋਇਮੈਂਟ ਟੌਪਿਕ ਸ਼ੁਰੂ ਕਰਾਂਗੇ, ਅਤੇ 1-2 ਦਿਨ ਦੇ ਵਿੱਚ ਤੁਹਾਡੇ ਬੁੱਕਸ ਵੀ ਮਾਰਕੀਟ ਦੇ ਵਿੱਚ ਆ ਜਾਣਗੀਆਂ। ਮੈਂ ਤੁਹਾਨੂੰ ਹਰੇਕ ਵੀਡੀਓ ਦੇ ਵਿੱਚ ਦੱਸਦੀ ਹਾਂ ਕਿ ਆਪਾਂ ਜਿਹੜੀ ਬੁੱਕਸ ਹੈ, ਜਿਹੜੇ ਕਮਰਸ ਵਾਲੇ ਬੱਚੇ ਨੇ ਉਹ ਕੀ ਹੈ ਇੰਦਰ ਕੁਮਾਰ ਦੀ ਬੁੱਕ ਲੈ ਲਓ, ਜਿਹੜੇ ਆਰਟਸ ਵਾਲੇ ਬੱਚੇ ਨੇ ਉਹ TR ਜੈਨ ਦੀ ਬੁੱਕ ਲੈ ਲਓ, ਠੀਕ ਹੈ। ਅਤੇ 1-2 ਦਿਨ ਤੱਕ ਬੁੱਕਸ ਆ ਜਾਣਗੀਆਂ। ਸਭ ਨੇ ਨਿਊ ਬੁੱਕਸ ਲੈਣੀਆਂ ਨੇ, ਕਿਸੇ ਨੇ ਵੀ ਪੁਰਾਣੀਆਂ ਬੁੱਕਸ ਨਹੀਂ ਲੈਣੀਆਂ, ਕਿਉਂਕਿ ਤੁਹਾਡਾ ਸਿਲੇਬਸ ਸਾਰਾ ਹੀ ਚੇਂਜ ਹੋ ਗਿਆ ਹੈ। ਅਤੇ ਪਲੀਜ਼ ਤੁਸੀਂ ਵਾਰ-ਵਾਰ ਮੈਂ ਤੁਹਾਨੂੰ ਕਹਿ ਰਹੀ ਹਾਂ ਕਿ ਪੁਰਾਣੀਆਂ ਬੁੱਕਸ ਨਹੀਂ ਲੈਣੀਆਂ, ਨਿਊ ਬੁੱਕਸ ਲੈਣੀਆਂ ਨੇ, ਅਤੇ ਹਜੇ ਮਾਰਕੀਟ ਵਿੱਚ ਨਹੀਂ ਆਈਆਂ, ਮੈंने ਪਤਾ ਕੀਤਾ ਸੀ। 1-2 ਦਿਨ ਤੱਕ ਤੁਹਾਡੀਆਂ ਬੁੱਕਸ ਮਾਰਕੀਟ ਦੇ ਵਿੱਚ ਆ ਜਾਣਗੀਆਂ, ਫਿਰ ਤੁਸੀਂ ਲੈ ਲਿਓ, ਠੀਕ ਹੈ। ਉਸ ਤੋਂ ਬਾਅਦ ਜਿਹੜੀ ਮੈਂ ਤੁਹਾਨੂੰ ਵੀਡੀਓਸ ਬਣਾਈਆਂ ਤੁਹਾਡੇ ਕੋਲ ਸਾਰੇ ਸੇਵ ਹੋਣਗੀਆਂ, ਤੁਸੀਂ ਬੁੱਕ ਦੇ ਵਿੱਚ ਦੇਖ ਲਿਓ ਕਿ ਜਿਹੜੇ ਟੌਪਿਕ ਹੈਗੇ ਨੇ ਜਾਂ ਵਧੀਆ ਨੇ, ਨਹੀਂ ਤਾਂ ਤੁਸੀਂ ਮੇਰੇ ਜਿਹੜੇ ਵੀਡੀਓ ਬਣਾਏ ਨੇ ਉਹਨਾਂ ਦੇ ਅਕੋਰਡਿੰਗ ਤੁਸੀਂ ਆਪਣੇ ਸਾਰੇ ਨੇ ਵਧੀਆ ਪ੍ਰੋਪਰ ਨੋਟਸ ਕੀ ਹੈ ਤਿਆਰ ਕਰ ਲੈਣੇ, ਠੀਕ ਹੈ। ਇਸ ਨਾਲ BOP ਖਤਮ ਹੋ ਗਿਆ। BOP ਦਾ ਸਿਰਫ ਮੀਨਿੰਗ ਕਰਨਾ ਸੀ, ਕੰਪੋਨੈਂਟਸ ਕਰਨੇ ਸੀ, ਅਤੇ ਡੈਫੀਸਿਟ ਮੀਨਿੰਗ ਕਰਨਾ ਸੀ, ਪਰ ਮੈਂ ਤੁਹਾਨੂੰ ਇਹਦੇ ਕੋਜ਼ ਕਰਵਾਤੇ, ਠੀਕ ਹੈ। ਅਤੇ ਤੁਸੀਂ ਹੁਣ ਸਮਝ ਲੈਣਾ ਹੈ, ਕੋਈ ਪ੍ਰੋਬਲਮ ਹੋਈ ਤਾਂ ਮੈਨੂੰ ਪਰਸਨਲੀ ਡਿਸਕਸ ਕਰ ਲੈਣਾ ਹੈ। ਪਲੀਜ਼ ਵੀਡੀਓ ਦੇਖ ਲਿਆ ਕਰੋ, ਮੈਨੂੰ ਲੱਗਦਾ ਨਹੀਂ ਤੁਸੀਂ ਦੇਖਦੇ ਹੋ, ਇਹ ਤੁਹਾਡੇ ਬੈਨੀਫਿਟ ਵਾਸਤੇ ਹੈ, ਬਾਕੀ ਤੁਹਾਡੀ ਇੱਛਾ ਹੈ।